ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल जी, तुसीं देख रहे हो पंजाब मील USA TV ते मैं सुरभि। खबरां दे इस बुलेटिन च बहुत बहुत स्वागत। पेश आन देश विदेश नाल जुड़ियां होईयां कुछ खास ते चोणवीआं खबरां। अमेरिका विच हज़ारां पंजाबी पक्के होण दे आसार। अमेरिका दे TS एजेंट्स नूं सैलरीज वंडण दा सिलसिला होया शुरू। हरजिंदर सिंह दे मुकदमे च तीजे वकील दी एंट्री। जमीनी जंग दी तैयारी। अमेरिका ने ईरान नूं घेरन दे लई तैनात कीते 57,000 फौजी। ईरान दे ਵੱਲੋਂ दुबई नेड़े तेल टैंकर ते हमला। ट्रंप ਵੱਲੋਂ ऊर्जा ਅਤੇ तेल प्लांटां ਨੂੰ तबाह ਕਰਨ ਦੀ ਧਮਕੀ। ट्रंप ਨੂੰ ਵੱਡਾ ਝਟਕਾ। स्पेन मगरों इस देश ने भी ईरान विरुद्ध जंग 'ਚ ਸਾਥ ਦੇਣ ਤੋਂ ਕੀਤਾ ਇਨਕਾਰ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। अमेरिका च असाइलम लई संघर्ष कर रहे पंजाबियों सने ਲੱਖਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਟਰੰਪ ਸਰਕਾਰ ਨੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਅਰਜ਼ੀਆਂ ਅੱਗੇ ਵਧਾਉਣ ਦੀ ਇਜਾਜ਼ਤ ਦੇ ਦਿੱਤੀ। ਜੀ ਹਾਂ, ਵਾਸ਼ਿੰਗਟਨ DC ਵਿਖੇ ਇੱਕ ਅਫਗਾਨ ਨਾਗਰਿਕ ਵੱਲੋਂ ਨੈਸ਼ਨਲ ਗਾਰਡਸ ਉੱਤੇ ਗੋਲੀਆਂ ਚਲਾਏ ਜਾਣ ਮਗਰੋਂ ਅਸਾइलम ਅਰਜ਼ੀਆਂ ਦੀ ਪ੍ਰੋਸੈਸਿੰਗ ਤੇ ਰੋਕ ਲਾ ਦਿੱਤੀ ਗਈ ਸੀ। ਭਾਵੇਂ ਹੁਣ ਜ਼ਿਆਦਾਤਰ ਮੁਲਕਾਂ ਨਾਲ ਸੰਬੰਧਿਤ ਪਨਾਹ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਆਰੰਭ ਕੀਤੀ ਜਾ ਰਹੀ ਹੈ, ਪਰ ਉਹਨਾਂ 39 ਮੁਲਕਾਂ ਦੇ ਨਾਲ ਸੰਬੰਧਿਤ ਰਿਫਿਊਜੀਆਂ ਤੇ ਰੋਕ ਬਰਕਰਾਰ ਰਹੇਗੀ ਜਿਨ੍ਹਾਂ ਦੇ ਨਾਗਰਿਕਾਂ ਦਾ ਅਮਰੀਕਾ ਵਿੱਚ ਦਾਖਲਾ ਬੰਦ ਹੈ। ਅਜਿਹੇ ਮੁਲਕਾਂ ਵਿੱਚ ਸੋਮਾਲੀਆ, ਸੈਨੇਗਲ, ਅਫਗਾਨਿਸਤਾਨ, ਕਿਊਬਾ, ਹੈਤੀ ਅਤੇ ਵੈਨਜ਼ੂਏਲਾ ਵਰਗੇ ਦੇਸ਼ ਸ਼ਾਮਲ ਹਨ। डिपार्टमेंट ऑफ होमलैंड सिक्योरिटी ने ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਇਹ ਕਿਹਾ ਸੀ ਕਿ ਕੌਮੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਾ ਕਰਨ ਵਾਲੇ ਮੁਲਕਾਂ ਦੇ ਨਾਗਰਿਕਾਂ ਦੀਆਂ ਅਸਾਈਲਮ ਐਪਲੀਕੇਸ਼ਨਸ ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਫਿਰ ਵੀ ਹਰ ਮੁਲਕ ਨਾਲ ਸੰਬੰਧਿਤ ਨਾਗਰਿਕਾਂ ਦੀ ਡੂੰਘਾਈ ਨਾਲ ਪੂੰਛਾਣ ਕਰਨ ਤੋਂ ਬਾਅਦ ਹੀ ਪਨਾਹ ਦੀਆਂ ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਤੁਹਾਨੂੰ ਇੱਥੇ ਦੱਸ ਦਈਏ ਕਿ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਹਜ਼ਾਰਾਂ ਪੰਜਾਬੀਆਂ ਨੇ ਮੈਕਸੀਕੋ ਜਾਂ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੁੰਦਿਆਂ ਪਨਾਹ ਦੀਆਂ ਅਰਜ਼ੀਆਂ ਦਾਇਰ ਕੀਤੀਆਂ। ਟਰੰਪ ਦੇ ਸੱਤਾ ਸੰਭਾਲਣ ਦੇ ਮਗਰੋਂ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਪੇਸ਼ੀਆਂ ਭੁਗਤਣ ਜਾਂਦੇ ਪ੍ਰਵਾਸੀਆਂ ਨੂੰ ਵੀ ਹਿਰਾਸਤ ਵਿੱਚ ਲੈ ਕੇ ਡਿਪੋਰਟ ਕਰਨ ਦਾ ਸਿਲਸਿਲਾ ਆਰੰਭਿਆ ਗਿਆ, ਪਰ ਇਸ ਮਾਮਲੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਘੱਟ ਸਖਤੀ ਦੇਖਣ ਨੂੰ ਮਿਲ ਰਹੀ ਹੈ। ਸਾਲ 2010 ਤੋਂ 2024 ਦੇ ਦਰਮਿਆਨ ਅਮਰੀਕਾ ਵਿੱਚ ਭਾਰਤੀ ਲੋਕਾਂ ਦੀ ਆਬਾਦੀ 14 ਲੱਖ ਵੱਧ ਗਈ ਅਤੇ ਬਿਨਾਂ ਸ਼ੱਕ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਮਗਰੋਂ ਅਸਾਈਲਮ ਮੰਗਣ ਵਾਲਿਆਂ ਦਾ ਆંકੜਾ ਵੀ ਇਸ ਵਿੱਚ ਸ਼ਾਮਲ ਰਿਹਾ। ਕਿਸੇ ਵੇਲੇ ਲੱਖਾਂ ਦੀ ਤਾਦਾਦ ਵਿੱਚ ਅਮਰੀਕਾ ਵੱਲ ਵਹੀਰਾ ਕੱਤਣ ਵਾਲੇ ਮੈਕਸੀਕਨ ਨਾਗਰਿਕਾਂ ਦੀ ਵਸੋਂ ਵਿੱਚ 2010 ਤੋਂ 2024 ਦੇ ਦਰਮਿਆਨ 5,70,000 ਦੀ ਕਮੀ ਦਰਜ ਕੀਤੀ ਗਈ। ਅਮਰੀਕਾ ਵਿੱਚ ਪ੍ਰਵਾਸੀਆਂ ਦੀ ਸਭ ਤੋਂ ਜ਼ਿਆਦਾ ਵਸੋਂ ਕੈਲੀਫੋਰਨੀਆ ਵਿੱਚ ਹੈ, ਜਿੱਥੇ 1 ਕਰੋੜ 9 ਲੱਖ ਦਾ ਆંકੜਾ ਦਰਜ ਕੀਤਾ ਗਿਆ ਹੈ ਅਤੇ ਸੂਬੇ ਦੀ ਕੁੱਲ ਆਬਾਦੀ ਦਾ 28% ਹਿੱਸਾ ਪ੍ਰਵਾਸੀਆਂ ਦਾ ਬਣਦਾ ਹੈ। ਦੂਜੇ ਪਾਸੇ ਟੈਕਸਸ ਵਿੱਚ 58 ਲੱਖ ਅਤੇ ਫਲੋਰੀਡਾ ਵਿੱਚ 54 ਲੱਖ ਪ੍ਰਵਾਸੀ ਵਸਦੇ ਹਨ। ਵੱਡੇ ਸ਼ਹਿਰਾਂ ਦੇ ਹਿਸਾਬ ਦੇ ਨਾਲ ਨਿਊਯਾਰਕ ਸਿਟੀ ਵਿੱਚ ਪ੍ਰਵਾਸੀਆਂ ਦੀ ਗਿਣਤੀ 60 ਲੱਖ ਦੇ ਨੇੜੇ ਬਣਦੀ ਹੈ, ਜਦਕਿ ਗ੍ਰੇਟਰ ਲਾਸ ਐਂਜਲਸ ਵਿਖੇ 42 ਲੱਖ ਪ੍ਰਵਾਸੀ ਰਹਿੰਦੇ ਹਨ। ਅਮਰੀਕਾ ਦੇ ਹਵਾਈ ਅੱਡਿਆਂ ਤੇ ਤੈਨਾਤ ਟਰਾਂਸਪੋਰਟ ਸਿਕਿਉਰਿਟੀ ਏਜੰਟਸ ਨੂੰ ਤਨਖਾਹਾਂ ਮਿਲਣ ਦੀ ਉਮੀਦ ਹੈ, ਪਰ ਆਈਸ ਵਾਲੇ ਮਦਦ ਵਾਸਤੇ ਮੌਜੂਦ ਰਹਿਣਗੇ। ਜੀ ਹਾਂ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੋਰਡਰ ਜ਼ਾਰ ਟੌਮ ਹੋਮਨ ਨੂੰ ਜਦੋਂ ਪੁੱਛਿਆ ਗਿਆ ਕਿ ਪੇ ਚੈੱਕ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ ਕਿ ਹੁਣ ਆਈਸ ਏਜੰਟਸ ਨੂੰ ਹਟਾ ਲਿਆ ਜਾਵੇਗਾ, ਉਸ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸਭ ਕੁਝ ਗੈਰ ਹਾਜ਼ਰ TSA ਏਜੰਟਸ ਦੀ ਵਾਪਸੀ ਤੇ ਨਿਰਭਰ ਕਰੇਗਾ। ਹੋਮਨ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਨਵੇਂ ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੁਲੀਨ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸੋਮਵਾਰ ਜਾਂ ਮੰਗਲਵਾਰ ਤੋਂ ਪੇ ਚੈੱਕਸ ਮਿਲਣੇ ਸ਼ੁਰੂ ਹੋ ਜਾਣਗੇ। ਤਾਜ਼ਾ ਘਟਨਾਕ੍ਰਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਭੀੜ-ਭਾੜ ਵਾਲੇ ਹਵਾਈ ਅੱਡਿਆਂ ਤੇ ਮੁਸਾਫਰਾਂ ਨੂੰ ਜਲਦ ਰਾਹਤ ਨਹੀਂ ਮਿਲੇਗੀ। ਸ਼ਟਡਾਊਨ ਲੰਮਾ ਹੋਣ ਕਰਕੇ 500 ਟਰਾਂਸਪੋਰਟੇਸ਼ਨ ਸਿਕਿਉਰਿਟੀ ਏਜੰਟ ਨੌਕਰੀ ਛੱਡ ਚੁੱਕੇ ਹਨ, ਜਦਕਿ ਵੱਡੀ ਗਿਣਤੀ ਵਿੱਚ ਡਿਊਟੀ ਤੋਂ ਗੈਰ ਹਾਜ਼ਰ ਹੋ ਗਏ। ਸੈਨੇਟ ਵਿੱਚ DHS ਦਾ ਖਰਚਾ ਬਿੱਲ ਪਾਸ ਹੋ ਚੁੱਕਿਆ ਹੈ, ਪਰ ਹਾਊਸ ਆਫ ਰਿਪਰੈਜ਼ੈਂਟੇਟਿਵਸ ਵਿੱਚ ਰਿਪਬਲਿਕਨ ਪਾਰਟੀ ਵਾਲੇ ਆਪਸ ਵਿੱਚ ਹੀ
ਖੈਬੜ ਪਏ ਹਨ, ਜਿਸ ਕਰਕੇ ਬਿੱਲ ਲਟਕ ਗਿਆ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਾਰਜਕਾਰੀ ਹੁਕਮਾਂ ਤੇ ਦਸਤਖਤ ਕਰਦਿਆਂ TS ਏਜੰਟਸ ਦੀਆਂ ਤਨਖਾਹਾਂ ਜਾਰੀ ਰਖਵਾਉਣੀਆਂ ਪਈਆਂ। ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਪੈਰਵੀ ਕਰ ਰਹੇ ਵਕੀਲਾਂ ਨੂੰ ਮੁਕੱਦਮੇ ਦੀ ਤਿਆਰੀ ਵਾਸਤੇ ਅਦਾਲਤ ਨੇ ਵਧੇਰੇ ਸਮਾਂ ਦੇ ਦਿੱਤਾ ਹੈ। ABC 25 ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਚਰਚਿਤ ਯੂ-ਟਰਨ ਹਾਦਸੇ ਦੇ ਨਾਲ ਸੰਬੰਧਿਤ ਮੁਕੱਦਮੇ ਦੀ ਸੁਣਵਾਈ ਸੇਂਟ ਲੂਸੀ ਕਾਉਂਟੀ ਦੀ ਅਦਾਲਤ ਵਿੱਚ ਹੋਈ, ਪਰ ਇਸ ਦੌਰਾਨ ਹਰਜਿੰਦਰ ਸਿੰਘ ਨੂੰ ਪੇਸ਼ ਨਾ ਕੀਤਾ ਗਿਆ ਅਤੇ ਬਚਾਅ ਪੱਖ ਦੇ ਵਕੀਲਾਂ ਨੇ ਤੀਜੀ ਧਿਰ ਵਜੋਂ ਇੱਕ ਹੋਰ ਵਕੀਲ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ। ਅਦਾਲਤ ਵਿੱਚ ਪੇਸ਼ ਦਸਤਾਵੇਜ਼ਾਂ ਦੇ ਮੁਤਾਬਕ ਥਰਡ ਪਾਰਟੀ ਅਟਾਰਨੀ ਦੀ ਸ਼ਮੂਲੀਅਤ ਹਰਜਿੰਦਰ ਸਿੰਘ ਦੇ ਪਰਿਵਾਰ ਦੀ ਇੱਛਾ ਮੁਤਾਬਕ ਕੀਤੀ ਜਾ ਰਹੀ ਹੈ। ਸਰਕਾਰੀ ਵਕੀਲਾਂ ਨੇ ਫਿਲਹਾਲ ਥਰਡ ਪਾਰਟੀ ਅਟਾਰਨੀ ਦਾ ਕੋਈ ਵਿਰੋਧ ਨਹੀਂ ਕੀਤਾ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੀ ਸੁਣਵਾਈ ਦੌਰਾਨ ਸਿੱਖ ਜਥੇਬੰਦੀ ਨਾਲ ਸੰਬੰਧਿਤ ਵਕੀਲ ਹਰਜਿੰਦਰ ਸਿੰਘ ਦਾ ਪੱਖ ਪੇਸ਼ ਕਰ ਸਕਦਾ ਹੈ। ਥਰਡ ਪਾਰਟੀ ਅਟਾਰਨੀ ਵੱਲੋਂ ਹਰਜਿੰਦਰ ਸਿੰਘ ਨੂੰ ਡਿਪੋਰਟ ਨਾ ਕੀਤੇ ਜਾਣ ਦੀ ਅਪੀਲ ਕੀਤੀ ਜਾ ਸਕਦੀ ਹੈ। ਸੇਂਟ ਲੂਸੀ ਕਾਉਂਟੀ ਦੇ ਜੱਜ ਵੱਲੋਂ 21 ਮਈ ਤੱਕ ਦਾ ਸਮਾਂ ਦਿੱਤਾ ਗਿਆ ਅਤੇ ਇਸ ਤੋਂ ਪਹਿਲਾਂ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਸਕਦੀ ਹੈ। ਇੱਕ ਪਾਸੇ ਹਰਜਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹੋਰਨਾਂ ਕਈ ਪੰਜਾਬੀ ਡਰਾਈਵਰਾਂ ਵਿਰੁੱਧ ਜਾਨਲੇਵਾ ਹਾਦਸਿਆਂ ਦੇ ਮੁਕੱਦਮੇ ਚੱਲ ਰਹੇ ਹਨ ਅਤੇ ਦੂਜੇ ਪਾਸੇ ਟਰੰਪ ਸਰਕਾਰ ਜਾਨਲੇਵਾ ਟਰੱਕ ਹਾਦਸਿਆਂ ਲਈ ਜ਼ਿੰਮੇਵਾਰ ਗੈਰ ਕਾਨੂੰਨੀ ਪ੍ਰਵਾਸੀਆਂ ਸਜ਼ਾਏ ਮੌਤ ਦਾ ਕਾਨੂੰਨ ਲਿਆ ਰਹੀ ਹੈ। ਕਾਨੂੰਨ ਮਾਹਰਾਂ ਦੇ ਵਿੱਚ ਬਹਿਸ ਛਿੜ ਚੁੱਕੀ ਹੈ ਕਿ ਹਰਜਿੰਦਰ ਸਿੰਘ ਦੇ ਮੁਕੱਦਮੇ ਦਾ ਫੈਸਲਾ ਆਉਣ ਤੋਂ ਪਹਿਲਾਂ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਕਿ ਡਲਾਈਲਾ ਐਕਟ ਅਧੀਨ ਹਰਜਿੰਦਰ ਸਿੰਘ ਜਾਂ ਕਿਸੇ ਹੋਰ ਡਰਾਈਵਰ ਨੂੰ ਸਜ਼ਾਏ ਮੌਤ ਸੁਣਾਈ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਡਲਾਈਲਾ ਕੋਲਮੈਨ 5 ਸਾਲ ਦੀ ਇੱਕ ਛੋਟੀ ਬੱਚੀ ਹੈ ਜੋ ਪ੍ਰਤਾਪ ਸਿੰਘ ਦੇ ਟਰੱਕ ਦੀ ਟੱਕਰ ਵੱਜਣ ਮਗਰੋਂ ਅਪਾਹਜਾ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਖਤ ਕਾਨੂੰਨ ਲਿਆਉਣ ਦਾ ਸੱਦਾ ਦਿੱਤਾ ਗਿਆ ਅਤੇ ਸੈਨੇਟ ਵਿੱਚ ਇਸ ਦਾ ਚਾਰਾਜੋਈ ਆਰੰਭ ਹੋ ਚੁੱਕੀ ਹੈ। ਮਿਡਲ ਈਸਟ ਵਿੱਚ ਵੱਧਦੇ ਤਣਾਅ ਦੇ ਵਿਚਕਾਰ ਹੁਣ ਜ਼ਮੀਨੀ ਜੰਗ ਯਾਨੀ ਗਰਾਊਂਡ ਵਾਰ ਦੀ ਆਸ਼ੰਕਾ ਤੇਜ਼ ਹੋ ਗਈ ਹੈ। ਪਿਛਲੇ ਹਫ਼ਤੇ ਕਰੀਬ 5000 ਅਮਰੀਕੀ ਸੈਨਿਕ, ਜਿਨ੍ਹਾਂ ਵਿੱਚੋਂ 2500 ਮਰੀਨ ਸ਼ਾਮਲ ਹਨ, ਪੱਛਮੀ ਏਸ਼ੀਆ ਵਿੱਚ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਖੇਤਰ ਵਿੱਚ ਅਮਰੀਕੀ ਸੈਨਿਕਾਂ ਦੀ ਕੁੱਲ ਸੰਖਿਆ 50000 ਤੋਂ ਪਾਰ ਹੋ ਗਈ ਹੈ। ਰਿਪੋਰਟਾਂ ਦੇ ਅਨੁਸਾਰ ਪੈਂਟਾਗਨ ਹੁਣ ਵਾਧੂ 10000 ਜ਼ਮੀਨੀ ਸੈਨਿਕ ਭੇਜਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਇਹ ਆંકੜਾ 57000 ਤੱਕ ਪਹੁੰਚ ਸਕਦਾ ਹੈ। ਸੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਅਗਲੇ ਕਦਮ ਤੇ ਵਿਚਾਰ ਕਰ ਰਹੇ ਹਨ, ਜਿਸ ਵਿੱਚ ਜ਼ਮੀਨੀ ਹਮਲਾ ਵੀ ਸ਼ਾਮਲ ਹੋ ਸਕਦਾ ਹੈ। ਮਾਹਰਾਂ ਦੇ ਅਨੁਸਾਰ ਇਸ ਦੇ ਪਿੱਛੇ ਮੁੱਖ ਕਾਰਨ ਈਰਾਨ ਦੇ ਖਾਰਗ ਟਾਪੂ ਅਤੇ ਉਸਦੇ ਤੇਲ ਭੰਡਾਰਾਂ ਨੂੰ ਸੁਰੱਖਿਅਤ ਕਰਨਾ ਅਤੇ ਲਗਭਗ 400 ਕਿਲੋਗ੍ਰਾਮ ਸੰਵਰਧਿਤ ਯੂਰੇਨੀਅਮ ਦੇ ਭੰਡਾਰ ਤੇ ਕਬਜ਼ਾ ਕਰਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸਟੇਟ ਆਫ ਹਾਰਮੁਜ਼ ਤੇ ਈਰਾਨ ਦੀ ਪਕੜ ਨੂੰ ਤੋੜਨਾ ਵੀ ਇੱਕ ਵੱਡਾ ਟੀਚਾ ਹੈ, ਜਿੱਥੋਂ ਦੁਨੀਆ ਦਾ 20% ਤੇਲ ਅਤੇ ਗੈਸ ਗੁਜ਼ਰਦਾ ਹੈ। ਵਾਸ਼ਿੰਗਟਨ ਅਤੇ ਤੇਲ ਅਵੀਵ ਵਿੱਚ ਰੈਜਿਮ ਚੇਂਜ ਯਾਨੀ ਸੱਤਾ ਪਰਿਵਰਤਨ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਤਾਜ਼ਾ ਫੌਜੀ ਗਤੀਵਿਧੀਆਂ ਦੇ ਤਹਿਤ USS ਤ੍ਰਿਪੋਲੀ ਖਾੜੀ ਖੇਤਰ ਵਿੱਚ ਪਹੁੰਚ ਚੁੱਕਿਆ ਹੈ, ਜਿਸ ਵਿੱਚ 3500 ਤੋਂ ਵੱਧ ਸੈਨਿਕ ਹਨ। ਇਸ ਦੇ ਨਾਲ ਹੀ 24 ਮਾਰਚ ਨੂੰ 82 ਐਂਡ 에ਅਰਬੋਰਨ ਡਿਵੀਜ਼ਨ ਦੇ ਯਾਨੀ 82 ਐਂਡ 에ਅਰਬੋਰਨ ਡਿਵੀਜ਼ਨ ਦੇ 2000 ਪੈਰਾਟੂਪਰਸ ਤੈਨਾਤ ਕੀਤੇ ਗਏ ਹਨ। ਹਾਲਾਂਕਿ ਅਮਰੀਕਾ ਦਾ ਸਭ ਤੋਂ ਉੱਨਤ 에ਅਰਕ੍ਰਾਫਟ ਕੈਰੀਅਰ USS ਗੈਰਾਲਡ R ਫੋਰਡ ਤਕਨੀਕੀ ਖਰਾਬੀ ਕਾਰਨ ਫਿਲਹਾਲ ਕ੍ਰੋਏਸ਼ੀਆ ਵਿੱਚ ਰੁਕਿਆ ਹੋਇਆ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਅਮਰੀਕਾ ਹੁਣ USS ਜਾਰਜ H.W. ਬੁਸ਼ ਸਟ੍ਰਾਈਕ ਗਰੁੱਪ ਨੂੰ ਭੇਜ ਰਿਹਾ ਹੈ। ਮਾਹਰਾਂ ਅਤੇ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਸਥਿਤੀ ਇਰਾਕ ਅਤੇ ਅਫਗਾਨਿਸਤਾਨ ਵਰਗੀਆਂ ਲੰਬੀਆਂ ਅਤੇ ਅਸਥਿਰ ਜੰਗਾਂ ਦੀ ਯਾਦ ਦਿਵਾਉਂਦੀ ਹੈ। ਅਫਗਾਨਿਸਤਾਨ ਵਿੱਚ ਵੀ ਜੰਗ ਦੀ ਸ਼ੁਰੂਆਤ 3000 ਸੈਨਿਕਾਂ ਨਾਲ ਹੋਈ ਸੀ, ਜੋ ਬਾਅਦ ਵਿੱਚ 1 ਲੱਖ ਤੱਕ ਪਹੁੰਚ ਗਈ ਹੈ। ਈਰਾਨ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਜ਼ਮੀਨੀ ਹਮਲਾ ਕੀਤਾ ਤਾਂ ਅਮਰੀਕੀ ਸੈਨਿਕ ਤਾਬੂਤਾਂ ਵਿੱਚ ਵਾਪਸ ਜਾਣਗੇ। ਈਰਾਨ ਨੇ ਇਹ ਵੀ ਧਮਕੀ ਦਿੱਤੀ ਕਿ ਉਹ ਫਾਰਸ ਦੀ ਖਾੜੀ ਵਿੱਚ ਬਾਰੂਦੀ ਸੁਰੰਗਾਂ ਵਿਛਾ ਸਕਦਾ ਹੈ, ਜਿਸ ਨਾਲ ਅਮਰੀਕੀ ਜਲ ਸੈਨਾ ਦੇ ਆਪਰੇਸ਼ਨ ਪ੍ਰਭਾਵਿਤ ਹੋ ਸਕਦੇ ਹਨ। ਹੁਣ ਤੱਕ ਇਸ ਸੰਘਰਸ਼ ਵਿੱਚ 13 ਅਮਰੀਕੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ, ਪਰ ਜ਼ਮੀਨੀ ਜੰਗ ਸ਼ੁਰੂ ਹੋਣ ਦੀ ਸੂਰਤ ਵਿੱਚ ਇਹ ਆંકੜਾ ਬਹੁਤ ਵੱਧ ਸਕਦਾ ਹੈ। ਈਰਾਨ ਨੇ ਦੁਬਈ ਦੇ ਤੱਟ ਤੋਂ ਦੂਰ ਕੱਚੇ ਤੇਲ ਦੇ ਨਾਲ ਭਰੇ ਇੱਕ ਟੈਂਕਰ ਤੇ ਹਮਲਾ ਕਰਕੇ ਉਸ ਨੂੰ ਅੱਗ ਲਗਾ ਦਿੱਤੀ, ਜਦ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇ ਈਰਾਨ ਸਟ੍ਰੇਟ ਆਫ ਹਾਰਮੁਜ਼ ਨੂੰ ਨਹੀਂ ਖੋਲਦਾ ਤਾਂ ਅਮਰੀਕਾ ਈਰਾਨ ਦੇ ਊਰਜਾ ਪਲਾਂਟਾਂ ਅਤੇ ਤੇਲ ਦੇ ਖੂਹਾਂ ਨੂੰ ਤਬਾਹ ਕਰ ਦੇਵੇਗਾ।
ਕਵੈਤ ਦੇ ਝੰਡੇ ਵਾਲੇ ਅਲ ਸਲਮੀ ਤੇ ਹੋਇਆ ਇਹ ਸਪਸ਼ਟ ਹਮਲਾ ਖਾੜੀ ਅਤੇ ਹੋਰਮੁਜ਼ ਦੀ ਜਲਡਮਰੂ ਵਿੱਚ ਵਪਾਰਕ ਜਹਾਜ਼ਾਂ ਤੇ ਕੀਤੇ ਗਏ ਹਮਲਿਆਂ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ। ਮਹੀਨਾ ਭਰ ਚੱਲੇ ਇਸ ਸੰਘਰਸ਼ ਨੇ ਪੂਰੇ ਮੱਧ ਪੂਰਬ ਵਿੱਚ ਫੈਲ ਕੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਊਰਜਾ ਸਪਲਾਈ ਵਿੱਚ ਵਿਘਨ ਪਾਇਆ ਹੈ। ਕਵੈਤ ਦੀ ਸਰਕਾਰੀ ਨਿਊਜ਼ ਏਜੰਸੀ ਵੱਲੋਂ ਟੈਂਕਰ ਤੇ ਹਮਲੇ ਦੀ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਉਛਾਲ ਆਇਆ। ਇਹ ਟੈਂਕਰ ਲਗਭਗ 20 ਲੱਖ ਬੈਰਲ ਤੇਲ ਲੈ ਕੇ ਜਾ ਸਕਦਾ ਹੈ, ਜਿਸ ਦੀ ਮੌਜੂਦਾ ਕੀਮਤ 20 ਕਰੋੜ ਡਾਲਰ ਤੋਂ ਵੱਧ ਹੈ। ਜਹਾਜ਼ ਦੇ ਮਾਲਕ ਕੁਵੈਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕੰਮ ਚੱਲ ਰਿਹਾ ਹੈ ਅਤੇ ਤੇਲ ਦੇ ਰਿਸਾਅ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਹੈ। ਦੁਬਈ ਦੇ ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ ਉਹ ਡਰੋਨ ਹਮਲੇ ਤੋਂ ਬਾਅਦ ਟੈਂਕਰ ਦੀ ਅੱਗ ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋ ਗਏ ਹਨ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਤੇਲ ਅਤੇ ਬਾਲਣ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਅਮਰੀਕੀ ਘਰੇਲੂ ਵਿੱਤ ਤੇ ਭਾਰ ਪਾਉਣ ਲੱਗਾ ਹੈ ਅਤੇ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਅਤੇ ਉਹਨਾਂ ਦੀ ਰਿਪਬਲਿਕਨ ਪਾਰਟੀ ਲਈ ਇੱਕ ਸਿਆਸੀ ਸਿਰਦਰਦੀ ਬਣ ਗਿਆ ਹੈ। ਅਮਰੀਕਾ ਵਿੱਚ ਗੈਸੋਲੀਨ ਦੀ ਰਾਸ਼ਟਰੀ ਔਸਤ ਪ੍ਰਚੂਨ ਕੀਮਤ ਸੋਮਵਾਰ ਨੂੰ 3 ਸਾਲਾਂ ਵਿੱਚ ਪਹਿਲੀ ਵਾਰ $4 ਪ੍ਰਤੀ ਗੈਲਨ ਨੂੰ ਪਾਰ ਕਰ ਗਈ, ਕਿਉਂਕਿ ਵਿਸ਼ਵ ਵਿਆਪੀ ਸਪਲਾਈ ਵਿੱਚ ਕਮੀ ਕਾਰਨ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ $101 ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈਆਂ ਹਨ। ਦੋਵਾਂ ਪਾਸਿਆਂ ਤੋਂ ਹਮਲੇ ਰੁਕਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ ਅਤੇ ਇੱਕ ਵਿਆਪਕ ਸੰਘਰਸ਼ ਦਾ ਡਰ ਵੱਧ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਕਿਹਾ ਕਿ ਟਰੰਪ 6 ਅਪ੍ਰੈਲ ਦੀ ਸਮਾਂ ਸੀਮਾ ਤੋਂ ਪਹਿਲਾਂ ਤਹਿਰਾਨ ਦੇ ਨਾਲ ਇੱਕ ਸਮਝੌਤੇ ਤੇ ਪਹੁੰਚਣਾ ਚਾਹੁੰਦੇ ਹਨ। ਈਰਾਨ ਇਜ਼ਰਾਈਲ ਜੰਗ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਮਰੀਕਾ ਨੂੰ ਉਸਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਤੋਂ ਹੀ ਵੱਡਾ ਝਟਕਾ ਮਿਲਿਆ, ਜਿੱਥੇ ਬ੍ਰਿਟੇਨ ਅਤੇ ਸਪੇਨ ਨੇ ਇਸ ਜੰਗ ਵਿੱਚ ਸਿੱਧਾ ਸਹਿਯੋਗ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ ਦੇਸ਼ ਈਰਾਨ ਵਿੱਚ ਆਪਣੀ ਸੈਨਾ ਨਹੀਂ ਭੇਜੇਗਾ। ਉਹਨਾਂ ਨੇ ਸਖਤ ਲਹਿਜੇ ਵਿੱਚ ਕਿਹਾ, ਇਹ ਸਾਡੀ ਲੜਾਈ ਨਹੀਂ ਹੈ, ਅਸੀਂ ਇਸ ਵਿੱਚ ਸ਼ਾਮਲ ਨਹੀਂ ਹੋਵਾਂਗੇ। ਸਟਾਰਮਰ ਦੇ ਅਨੁਸਾਰ ਯੂਕੇ ਦੀ ਭੂਮਿਕਾ ਸਿਰਫ ਰੱਖਿਆਤਮਕ ਰਹੇਗੀ ਅਤੇ ਉਹਨਾਂ ਦੀ ਤਰਜੀਹ ਬ੍ਰਿਟਿਸ਼ ਨਾਗਰਿਕਾਂ ਅਤੇ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਕਰਨਾ ਹੈ। ਹਾਲਾਂਕਿ ਬ੍ਰਿਟੇਨ ਨੇ ਹੋਰਮੁਜ਼ ਜਲਜਮਰੂ यानी कि स्ट्रेट ऑफ हॉर्मुज़ ਨੂੰ ਖੋਲਣ ਦੇ ਯਤਨ ਜਾਰੀ ਰੱਖਣ ਅਤੇ ਅਮਰੀਕਾ ਨੂੰ ਆਪਣੇ ਫੌਜੀ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਸਪੇਨ ਨੇ ਵੀ ਅਮਰੀਕਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਆਪਣੇ ਹਵਾਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਪੇਨ ਨੇ ਸਪਸ਼ਟ ਕੀਤਾ ਹੈ ਕਿ ਉਸਦੇ ਰੋਟਾ ਅਤੇ ਮੋਰੋਨ 에ਅਰਬੇਸਾਂ ਦੀ ਵਰਤੋਂ ਜੰਗੀ ਕਾਰਵਾਈਆਂ ਜਾਂ ਰਿਫਿਊਲਿੰਗ ਲਈ ਨਹੀਂ ਕੀਤੀ ਜਾਵੇਗੀ। ਇਸ ਫੈਸਲੇ ਕਾਰਨ ਅਮਰੀਕਾ ਨੂੰ ਸਪੇਨ ਵਿੱਚ ਆਪਣੇ BF-2 ਅਤੇ B-1 ਬੰਬਰ ਤੈਨਾਤ ਕਰਨ ਦੀ ਯੋਜਨਾ ਤਿਆਗਣੀ ਪਈ ਹੈ। ਸਪੇਨ ਦੇ ਅਰਥ ਵਿਵਸਥਾ ਮੰਤਰੀ ਦੇ ਅਨੁਸਾਰ ਇਹ ਫੈਸਲਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਾ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ। ਸਰੋਤਾਂ ਦੇ ਅਨੁਸਾਰ ਨਜ਼ਦੀਕੀ ਸਹਿਯੋਗੀ ਦੇਸ਼ਾਂ ਦੇ ਇਸ ਰੁਖ ਤੋਂ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਡੋਨਾਲਡ ਟਰੰਪ ਨੂੰ ਈਰਾਨ ਜੰਗ ਵਿੱਚ ਉਮੀਦ ਮੁਤਾਬਕ ਸਮਰਥਨ ਨਹੀਂ ਮਿਲ ਰਿਹਾ। ਸਹਿਯੋਗੀਆਂ ਦੇ ਇਸ ਪਿੱਛੇ ਹਟਣ ਨਾਲ ਅਮਰੀਕਾ ਦੀ ਜੰਗੀ ਰਣਨੀਤੀ ਤੇ ਗੰਭੀਰ ਅਸਰ ਪੈ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਮਰੀਕਾ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਹੁਣ ਖਤਰੇ ਵਿੱਚ ਨਜ਼ਰ ਆ ਰਹੀ ਹੈ। ਟਰੰਪ ਦੇ ਹਮਲਾਵਰ ਰਵੱਈਏ ਅਤੇ ਸਹਿਯੋਗੀ ਦੇਸ਼ਾਂ ਪ੍ਰਤੀ ਅਪਮਾਨਜਨਕ ਭਾਸ਼ਾ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਸਭ ਤੋਂ ਵੱਡਾ ਝਟਕਾ ਅਮਰੀਕਾ ਦੇ ਪੁਰਾਣੇ ਸਾਥੀ ਜਰਮਨੀ ਤੋਂ ਲੱਗਿਆ, ਜਿੱਥੇ ਹੁਣ ਦੇਸ਼ ਵਿੱਚ ਤੈਨਾਤ ਲਗਭਗ 40,000 ਅਮਰੀਕੀ ਸੈਨਿਕਾਂ ਨੂੰ ਵਾਪਸ ਭੇਜਣ ਦੀਆਂ ਮੰਗਾਂ ਜ਼ੋਰ ਫੜ ਰਹੀਆਂ ਹਨ। ਜਰਮਨੀ ਦੀ ਸੱਜੇ ਪੱਖੀ ਪਾਰਟੀ ਅਲਟਰਨੇਟਿਵ ਫॉर ਜਰਮਨੀ ਨੇ ਚਾਂਸਲਰ ਮਰਟਸ ਤੋਂ ਮੰਗ ਕੀਤੀ ਹੈ ਕਿ ਜਰਮਨੀ ਨੂੰ ਹੁਣ ਵਾਸ਼ਿੰਗਟਨ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਇੱਕ ਸੁਤੰਤਰ ਵਿਦੇਸ਼ ਨੀਤੀ ਅਪਣਾਉਣੀ ਚਾਹੀਦੀ ਹੈ। ਪਾਰਟੀ ਨੇਤਾ ਟੀਨੋ ਚੁਪਾਨਾ ਨੇ ਇੱਕ ਅਹਿਮ ਮੀਟਿੰਗ ਵਿੱਚ ਸਪਸ਼ਟ ਕੀਤਾ ਕਿ ਜਰਮਨੀ ਨੂੰ ਆਪਣੇ ਦੇਸ਼ ਵਿੱਚ ਮੌਜੂਦ ਅਮਰੀਕੀ ਪਰਮਾਣੂ ਹਥਿਆਰਾਂ ਅਤੇ ਫੌਜੀ ਟਿਕਾਣਿਆਂ ਨੂੰ ਤੁਰੰਤ ਖਤਮ ਕਰ ਦੇਣਾ ਚਾਹੀਦਾ ਹੈ। ਦਰਅਸਲ ਯੂਰਪੀ ਦੇਸ਼ ਮਹਿਸੂਸ ਕਰ ਰਹੇ ਹਨ ਕਿ ਨਾਟੋ ਵਿੱਚ ਹਮੇਸ਼ਾ ਅਮਰੀਕੀ ਹਿੱਤਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਜ਼ਬਰਦਸਤੀ ਵਿਦੇਸ਼ੀ ਜੰਗਾਂ ਵਿੱਚ ਘਸੀਟਿਆ ਜਾਂਦਾ ਹੈ। ਖਾਸ ਕਰਕੇ ਈਰਾਨ ਯੁੱਧ ਨੂੰ ਲੈ ਕੇ ਜਰਮਨੀ ਵਿੱਚ ਭਾਰੀ ਰੋਸ ਹੈ। ਚਾਂਸਲਰ ਮਰਟਸਨ ਨੇ ਵੀ ਅਮਰੀਕਾ ਤੇ ਹਮਲਾ ਬੋਲਦਿਆਂ ਇਹ ਕਿਹਾ ਕਿ ਵਾਸ਼ਿੰਗਟਨ ਨੇ ਜੰਗ ਖਤਮ ਕਰਨ ਦੀ ਬਜਾਏ ਇਸ ਨੂੰ ਵਧਾ ਕੇ ਵਿਸ਼ਵ ਵਿਆਪੀ ਤਣਾਅ ਪੈਦਾ ਕੀਤਾ। ਜਰਮਨੀ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਰਾਮਸਟਾਈਨ 에ਅਰ ਬੇਸ ਹੈ, ਜਿਸ ਨੂੰ ਮਿਨੀ ਅਮਰੀਕਾ ਵੀ ਕਿਹਾ ਜਾਂਦਾ ਹੈ।
ਮੌਜੂਦਾ ਸਮੇਂ ਵਿੱਚ ਇਸ ਬੇਸ ਦੀ ਵਰਤੋਂ ਈਰਾਨ ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਲਈ ਕੀਤੀ ਜਾ ਰਹੀ ਹੈ, ਜਿਸ ਕਾਰਨ ਜਰਮਨੀ ਨੂੰ ਡਰ ਹੈ ਕਿ ਉਹ ਵੀ ਦੁਸ਼ਮਣ ਦੇ ਨਿਸ਼ਾਨੇ ਤੇ ਆ ਸਕਦਾ ਹੈ। ਦੂਜੇ ਪਾਸੇ ਟਰੰਪ ਨੇ ਨਾਟੋ ਦੇਸ਼ਾਂ ਨੂੰ ਡਰਪੋਕ ਕਹਿ ਕੇ ਅਤੇ ਉਹਨਾਂ ਤੋਂ ਰੱਖਿਆ ਖਰਚ ਵਿੱਚ 5% ਵਾਧੇ ਦੀ ਮੰਗ ਕਰਕੇ ਸਬੰਧਾਂ ਵਿੱਚ ਹੋਰ ਕੁੜੱਤਣ ਭਰ ਦਿੱਤੀ ਹੈ। ਜੇਕਰ ਇਹ ਦੇਸ਼ ਖਰਚਾ ਨਹੀਂ ਵਧਾਉਂਦੇ ਤਾਂ ਟਰੰਪ ਨੇ ਉਹਨਾਂ ਨੂੰ ਆਪਣੀ ਸੁਰੱਖਿਆ ਖੁਦ ਕਰਨ ਦੀ ਚੇਤਾਵਨੀ ਦਿੱਤੀ ਹੈ। ਟਰੰਪ ਦੀਆਂ ਇਹ ਕਾਰਵਾਈਆਂ ਨਾ ਸਿਰਫ ਨਾਟੋ ਦੇ ਵਜੂਦ ਨੂੰ ਖਤਰੇ ਵਿੱਚ ਪਾ ਰਹੀਆਂ ਹਨ, ਸਗੋਂ ਅਮਰੀਕਾ ਦੇ ਵਿਸ਼ਵ ਵਿਆਪੀ ਦਬਦਬੇ ਨੂੰ ਵੀ ਸੱਟ ਮਾਰ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿੱਚ ਇੱਕ ਵੱਡੇ ਧਮਾਕੇ ਦਾ ਇੱਕ ਵੀਡੀਓ ਸਾਂਝਾ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਧਮਾਕਾ ਮੰਗਲਵਾਰ ਤੜਕੇ ਇਸਫਾਨ ਸ਼ਹਿਰ ਵਿੱਚ ਹੋਇਆ। ਫੁਟੇਜ ਵਿੱਚ ਕਈ ਧਮਾਕਿਆਂ ਦੀ ਲੜੀ ਦਿਖਾਈ ਗਈ ਹੈ, ਜਿਸ ਤੋਂ ਬਾਅਦ ਇੱਕ ਵੱਡੀ ਅੱਗ ਲੱਗੀ ਜਿਸ ਨੇ ਰਾਤ ਦੇ ਆਸਮਾਨ ਨੂੰ ਸੰਤਰੀ ਰੰਗ ਵਿੱਚ ਚਮਕਾ ਦਿੱਤਾ। ਹਾਲਾਂਕਿ ਟਰੰਪ ਨੇ ਵੀਡੀਓ ਲਈ ਕੋਈ ਸੰਦਰਭ ਨਹੀਂ ਦਿੱਤਾ। ਮੀਡੀਆ ਰਿਪੋਰਟਾਂ ਦਾ ਦਾਅਵਾ ਹੈ ਕਿ ਇਹ ਇਸਫਾਨ ਵਿੱਚ ਇੱਕ ਵੱਡੇ ਅਸਲਾ ਡਿਪੂ ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਦਾ ਵੀਡੀਓ ਹੈ। ਇਸਫਾਨ ਇੱਕ ਈਰਾਨੀ ਸ਼ਹਿਰ ਹੈ ਜਿਸ ਦੀ ਆਬਾਦੀ 2.3 ਮਿਲੀਅਨ ਹੈ, ਜਿਸ ਵਿੱਚ ਬਦਰ ਫੌਜੀ 에ਅਰਬੇਸ ਹੈ। ਵਾਲ ਸਟਰੀਟ ਜਰਨਲ ਨੇ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਦੇ ਨਾਲ ਰਿਪੋਰਟ ਦਿੱਤੀ ਹੈ ਕਿ ਅਮਰੀਕੀ ਫੌਜ ਨੇ ਇਸਫਾਨ ਵਿੱਚ ਇੱਕ ਗੋਲਾ ਬਾਰੂਦ ਡਿਪੂ ਤੇ 2000 ਪੌਂਡ ਬੰਕਰ ਬਸਟਰ ਬੰਬਾਂ ਨਾਲ ਹਮਲਾ ਕੀਤਾ। ਅਧਿਕਾਰੀ ਨੇ ਇਹ ਵੀ ਕਿਹਾ ਕਿ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਬੰਕਰ ਬਸਟਰ ਜਾਂ ਫਿਰ ਪੈਨੀਟ੍ਰੇਟਰ ਗੋਲਾ ਬਾਰੂਦ ਦੀ ਵਰਤੋਂ ਕੀਤੀ ਗਈ ਸੀ। ਰਿਪੋਰਟਾਂ ਦਾ ਦਾਅਵਾ ਹੈ ਕਿ ਹਮਲੇ ਨੇ ਸ਼ਕਤੀਸ਼ਾਲੀ ਧਮਾਕਿਆਂ ਦੀ ਇੱਕ ਲੜੀ ਸ਼ੁਰੂ ਕਰ ਦਿੱਤੀ, ਜਿਸ ਨਾਲ ਪੂਰੇ ਖੇਤਰ ਵਿੱਚ ਉੱਚੇ ਅੱਗ ਦੇ ਗੋਲੇ ਅਤੇ ਝਟਕੇ ਲੱਗੇ। ਹਾਲੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਈਰਾਨ ਨੇ ਆਪਣੇ ਬਹੁਤ ਜ਼ਿਆਦਾ ਅਮੀਰ ਯੂਰੇਨੀਅਮ ਦੇ ਭੰਡਾਰ, ਜਿਸ ਦਾ ਅੰਦਾਜ਼ਾ ਲਗਭਗ 540 ਕਿਲੋਗ੍ਰਾਮ ਹੈ, ਉਸ ਨੂੰ ਇਸਫਾਨ ਵਿੱਚ ਇੱਕ ਭੂਮੀਗਤ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਹੋ ਸਕਦਾ ਹੈ। ਸ਼ਹਿਰ ਨੂੰ ਪਹਿਲਾਂ ਪਿਛਲੀ ਗਰਮੀਆਂ ਵਿੱਚ ਆਪਰੇਸ਼ਨ ਮਿਡਨਾਈਟ ਹੈਮਰ ਦੇ ਤਹਿਤ ਇੱਕ ਅਮਰੀਕੀ ਹਮਲੇ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਸ਼ਹਿਰ ਦੇ ਪਰਮਾਣੂ ਸਹੂਲਤਾਂ ਤੇ ਹਮਲਾ ਕਰਨਾ ਸੀ। ਈਰਾਨ ਦੇ ਮਸ਼ਹਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਮਰੀਕਾ ਵੱਲੋਂ ਕੀਤੇ ਗਏ ਇੱਕ ਹਮਲੇ ਵਿੱਚ ਮਹਾਨ ਏਅਰ ਦਾ ਇੱਕ ਜਹਾਜ਼ ਨਿਸ਼ਾਨਾ ਬਣਿਆ। ਇਸ ਹਮਲੇ ਕਾਰਨ ਭਾਰਤ ਅਤੇ ਈਰਾਨ ਵਿਚਾਲੇ ਚੱਲ ਰਹੇ ਮਾਨਵਤਾਵਾਦੀ ਸਹਾਇਤਾ ਮਿਸ਼ਨ ਵਿੱਚ ਵੱਡੀ ਰੁਕਾਵਟ ਪੈਦਾ ਹੋ ਗਈ ਹੈ। ਇਹ ਜਹਾਜ਼ 1 ਅਪ੍ਰੈਲ ਨੂੰ ਸਵੇਰੇ 4 ਵਜੇ ਨਵੀਂ ਦਿੱਲੀ ਪਹੁੰਚਣਾ ਸੀ ਤਾਂ ਜੋ ਉੱਥੇ ਸਹਾਇਤਾ ਸਮੱਗਰੀ ਇਕੱਠੀ ਕੀਤੀ ਜਾ ਸਕੇ। ਇਸ ਵਿਸ਼ੇਸ਼ ਉਡਾਨ ਰਾਹੀਂ ਭਾਰਤ ਤੋਂ ਈਰਾਨ ਦੇ ਲਈ 11 ਟਨ ਮਾਨਵਤਾਵਾਦੀ ਸਹਾਇਤਾ, ਜਿਸ ਵਿੱਚ ਮੁੱਖ ਤੌਰ ਤੇ ਦਵਾਈਆਂ ਸ਼ਾਮਲ ਸਨ, ਲਿਜਾਈ ਜਾਣੀ ਸੀ। ਸੋ ਜ਼ਿਕਰਯੋਗ ਹੈ ਕਿ ਭਾਰਤ ਨੇ 18 ਮਾਰਚ 2026 ਨੂੰ ਈਰਾਨ ਨੂੰ ਸਹਾਇਤਾ ਦੀ ਪਹਿਲੀ ਖੇਪ ਭੇਜੀ ਸੀ, ਜਿਸ ਨੂੰ ਨਵੀਂ ਦਿੱਲੀ ਨੇ ਦੋਵਾਂ ਦੇਸ਼ਾਂ ਦੇ ਪ੍ਰਾਚੀਨ ਸੱਭਿਆਚਾਰਕ ਅਤੇ ਦੋਸਤਾਨਾ ਸਬੰਧਾਂ ਦੇ ਪ੍ਰਤੀਕ ਵਜੋਂ ਦੱਸਿਆ ਸੀ। ਇਸ ਘਟਨਾ ਨੇ ਈਰਾਨ ਵਿੱਚ ਵਪਾਰਕ ਹਵਾਬਾਜ਼ੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਸਰੋਤਾਂ ਦੇ ਅਨੁਸਾਰ ਜੰਗ ਦੇ ਸ਼ੁਰੂਆਤੀ ਦੌਰ ਵਿੱਚ ਵੀ ਮਹਿਰਾਬਾਦ ਹਵਾਈ ਅੱਡੇ ਤੇ ਇਜ਼ਰਾਈਲੀ ਹਮਲਿਆਂ ਦੌਰਾਨ ਲਗਭਗ 16 ਤੋਂ 17 ਵਪਾਰਕ ਯਾਤਰੀ ਅਤੇ ਮਾਲਵਾਹਕ ਜਹਾਜ਼ ਤਬਾਹ ਹੋ ਗਏ ਸਨ। ਇਜ਼ਰਾਈਲ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਇਹ ਉਡਾਨਾਂ IRGC ਨਾਲ ਸੰਬੰਧਿਤ ਸਨ ਅਤੇ ਇਹਨਾਂ ਦੀ ਵਰਤੋਂ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਦੇ ਲਈ ਕੀਤੀ ਜਾ ਰਹੀ ਸੀ। ਇਜ਼ਰਾਈਲ ਦਾ ਇਹ ਵੀ ਦੋਸ਼ ਹੈ ਕਿ ਈਰਾਨ ਰੂਸ ਯੂਕਰੇਨ ਜੰਗ ਲਈ ਹਥਿਆਰ ਭੇਜਣ ਵਾਸਤੇ ਮਹਾਨ ਏਅਰ ਵਰਗੇ ਵਪਾਰਕ ਜਹਾਜ਼ਾਂ ਦੀ ਵਰਤੋਂ ਕਰਦਾ ਹੈ। ਹਾਲਾਂਕਿ ਸੈਟੇਲਾਈਟ ਤਸਵੀਰਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਸਿਰਫ ਯਾਤਰੀ ਜਹਾਜ਼ ਸਨ। ਤਾਜ਼ਾ ਹਮਲੇ ਦਾ ਸ਼ਿਕਾਰ ਹੋਇਆ ਜਹਾਜ਼ ਖਾਸ ਤੌਰ ਤੇ ਭਾਰਤ ਤੋਂ ਦਵਾਈਆਂ ਲਿਆਉਣ ਦੇ ਲਈ ਤੈਅ ਕੀਤਾ ਗਿਆ ਸੀ। ਬ੍ਰਾਜ਼ੀਲ ਦੇ ਸਾਓ ਪਾਉਲੋ ਤੋਂ ਅਮਰੀਕਾ ਦੇ ਐਂਟਲਾਂਟਾ ਜਾ ਰਹੀ ਡੈਲਟਾ 에ਅਰਲਾਈਨਸ ਦੇ ਇੱਕ ਜਹਾਜ਼ ਨਾਲ ਰੋਂਗਟੇ ਖੜੇ ਕਰ ਦੇਣ ਵਾਲਾ ਹਾਦਸਾ ਵਾਪਰ ਗਿਆ। ਐਤਵਾਰ ਯਾਨੀ ਕਿ 29 ਮਾਰਚ ਦੀ ਅੱਧੀ ਰਾਤ ਦੇ ਕਰੀਬ ਜਿਵੇਂ ਹੀ ਡੈਲਟਾ 에ਅਰਲਾਈਨਸ ਦੇ 에ਅਰਬਸ A330-323 ਜਹਾਜ਼ ਨੇ ਉਡਾਨ ਭਰੀ, ਉਸ ਦੇ ਖੱਬੇ ਇੰਜਨ ਵਿੱਚ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਇਸ ਭਿਆਨਕ ਮੰਜ਼ਰ ਨੂੰ ਦੇਖ ਕੇ ਜਹਾਜ਼ ਵਿੱਚ ਸਵਾਰ ਲਗਭਗ 300 ਯਾਤਰੀਆਂ ਵਿੱਚ ਚੀਕ ਚਿਹਾੜਾ ਮਚ ਗਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੀਆਂ ਖਿੜਕੀਆਂ ਦੇ ਬਾਹਰ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ ਅਤੇ ਆਸਮਾਨ ਵਿੱਚ ਮਲਬਾ ਸੜ ਕੇ ਰਨਵੇ ਦੇ ਕੋਲ ਡਿੱਗ ਰਿਹਾ ਸੀ। ਜਹਾਜ਼ ਦੇ ਅੰਦਰੋਂ ਆ ਰਹੀਆਂ ਆਵਾਜ਼ਾਂ ਵਿੱਚ ਯਾਤਰੀਆਂ ਨੂੰ ਡਰ ਦੇ ਮਾਰੇ ਰੋਂਦੇ ਅਤੇ ਚੀਕਦੇ ਸੁਣਿਆ ਜਾ ਸਕਦਾ ਹੈ। ਇੰਜਨ ਨੂੰ ਅੱਗ ਲੱਗਣ ਤੋਂ ਤੁਰੰਤ ਬਾਅਦ ਪਾਇਲਟ ਨੇ ਮੇਡੇ ਦਾ ਐਲਾਨ ਕੀਤਾ। 에ਅਰ ਟ੍ਰੈਫਿਕ ਕੰਟਰੋਲਰ ਨੇ ਪਾਇਲਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਡੈਲਟਾ ਤੁਹਾਡੇ ਖੰਭਾਂ ਨੂੰ ਅੱਗ ਲੱਗੀ ਹੋਈ ਹੈ, ਜਿਸ ਦੇ ਪਾਇਲਟ ਨੇ ਜਵਾਬ ਦਿੱਤਾ, ਸਾਨੂੰ ਪਤਾ ਹੈ, ਸਾਨੂੰ ਵਾਪਸ ਮੁੜਨਾ ਪਵੇਗਾ।
ਜਹਾਜ਼ 4500 ਫੁੱਟ ਦੀ ਉਚਾਈ ਤੱਕ ਪਹੁੰਚ ਚੁੱਕਿਆ ਸੀ, ਪਰ ਪਾਇਲਟ ਨੇ ਸੂਝ-ਬੂਝ ਦਿਖਾਉਂਦੇ ਹੋਏ ਮਹਿਜ਼ 9 ਮਿੰਟਾਂ ਦੇ ਅੰਦਰ ਜਹਾਜ਼ ਨੂੰ ਵਾਪਸ ਹਵਾਈ ਅੱਡੇ ਤੇ ਸੁਰੱਖਿਅਤ ਉਤਾਰ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਡੈਲਟਾ 에ਅਰਲਾਈਨਸ ਨੇ ਆਪਣੀ ਵੈਬਸਾਈਟ ਤੇ ਜਾਣਕਾਰੀ ਦਿੱਤੀ ਕਿ ਉਡਾਨ ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤਾ ਗਿਆ ਹੈ ਅਤੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮਾਫੀ ਮੰਗੀ ਗਈ ਹੈ। ਐਮਰਜੈਂਸੀ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਰਨਵੇ ਤੇ ਕੋਲ ਲੱਗੀ ਅੱਗ ਤੇ ਕਾਬੂ ਪਾਇਆ। ਪੱਛਮੀ ਏਸ਼ੀਆ ਸੰਘਰਸ਼ ਦੇ ਵਿਚਕਾਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖੇਤਰ ਵਿੱਚ ਵੱਖ-ਵੱਖ ਘਟਨਾਵਾਂ ਵਿੱਚ 8 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ, ਜਦਕਿ ਇੱਕ ਲਾਪਤਾ ਹੈ। ਪੱਛਮੀ ਏਸ਼ੀਆ ਦੀ ਸਥਿਤੀ ਤੇ ਇੱਥੇ ਇੱਕ ਅੰਤਰ ਮੰਤਰਾਲੇ ਬਰੀਫਿੰਗ ਵਿੱਚ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਆਰ ਮਹਾਜਨ ਨੇ ਇਹ ਵੀ ਕਿਹਾ ਕਿ ਕੁਵੈਤ ਵਿੱਚ ਇੱਕ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੰਦਭਾਗੀ ਮੌਤ ਹੋ ਗਈ ਸੀ। ਹਾਲਾਂਕਿ ਉਹਨਾਂ ਨੇ ਇਸ ਮੌਤ ਦੇ ਹਾਲਾਤਾਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ। ਉਹਨਾਂ ਨੇ ਕਿਹਾ ਸੀ, ਮ੍ਰਿਤਕ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਕੁਵੈਤ ਵਿੱਚ ਸਾਡਾ ਹਮੇਸ਼ਾ ਮ੍ਰਿਤਕ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਵਾਪਸ ਭੇਜਣ ਲਈ ਸਥਾਨਕ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮੇਲ ਕਰ ਰਿਹਾ ਹੈ। 20 ਮਾਰਚ ਨੂੰ ਪੱਛਮੀ ਏਸ਼ੀਆ ਦੀ ਸਥਿਤੀ ਤੇ ਅੰਤਰ ਮੰਤਰਾਲੇ ਬਰੀਫਿੰਗ ਦੌਰਾਨ ਮਹਾਜਨ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਵੱਖ-ਵੱਖ ਘਟਨਾਵਾਂ ਵਿੱਚ 6 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ, ਜਦਕਿ ਇੱਕ ਲਾਪਤਾ ਸੀ। ਸੋਮਵਾਰ ਨੂੰ ਉਹਨਾਂ ਨੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਇਹ ਕਿਹਾ ਕਿ ਮੰਦਭਾਗੀ ਗੱਲ ਹੈ ਕਿ 8 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਵੱਖ-ਵੱਖ ਘਟਨਾਵਾਂ ਵਿੱਚ ਇੱਕ ਭਾਰਤੀ ਨਾਗਰਿਕ ਲਾਪਤਾ ਹੈ। ਸਾਊਦੀ ਅਰਬ ਸਥਿਤ ਭਾਰਤੀ ਦੂਤਾਵਾਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ 18 ਮਾਰਚ ਦੀਆਂ ਤਾਜ਼ਾ ਘਟਨਾਵਾਂ ਕਾਰਨ ਰਿਆਧ ਵਿੱਚ ਇੱਕ ਭਾਰਤੀ ਨਾਗਰਿਕ ਮਾਰਿਆ ਗਿਆ ਸੀ। ਮੰਤਰਾਲੇ ਨੇ ਇਹ ਵੀ ਸਾਂਝਾ ਕੀਤਾ ਕਿ 28 ਫਰਵਰੀ ਤੋਂ ਹੁਣ ਤੱਕ ਖੇਤਰ ਤੋਂ ਲਗਭਗ 5.5 ਲੱਖ ਯਾਤਰੀ ਭਾਰਤ ਵਾਪਸ ਆਏ ਹਨ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਦੁਹਰਾਇਆ ਕਿ ਉਹ ਖਾੜੀ ਅਤੇ ਪੱਛਮੀ ਏਸ਼ੀਆ ਖੇਤਰ ਵਿੱਚ ਬਦਲਦੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨਾ ਜਾਰੀ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ, ਅਸੀਂ ਸੰਜਮ ਵਰਤਨ ਅਤੇ ਤਣਾਅ ਘਟਾਉਣ ਦੀ ਅਪੀਲ ਜਾਰੀ ਰੱਖਦੇ ਹਾਂ ਅਤੇ ਨਾਲ ਹੀ ਸੰਘਰਸ਼ ਨੂੰ ਜਲਦੀ ਖਤਮ ਕਰਨ ਦੇ ਸਾਧਨ ਵਜੋਂ ਗੱਲਬਾਤ ਅਤੇ ਕੂਟਨੀਤੀ ਤੇ ਜ਼ੋਰ ਦਿੰਦੇ ਹਾਂ। ਬਲਤੇਜ ਸਿੰਘ, ਜੋ ਨਿਊਜ਼ੀਲੈਂਡ ਵਿੱਚ ਕਾਰੋਬਾਰ ਦੀ ਆੜ ਵਿੱਚ ਇੱਕ ਅੰਤਰਰਾਸ਼ਟਰੀ ਡਰੱਗ ਨੈਟਵਰਕ ਚਲਾਉਂਦਾ ਸੀ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦਾ ਭਤੀਜਾ ਹੈ। ਆਕਲੈਂਡ ਵਿੱਚ ਰਹਿੰਦਿਆਂ ਬਲਤੇਜ ਭਾਰਤ, ਦੁਬਈ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਦਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਨਾਰੀਅਲ ਪਾਣੀ ਦੇ ਡੱਬਿਆਂ, ਸ਼ਹਿਦ, ਬੀਅਰ ਦੇ ਡੱਬਿਆਂ ਅਤੇ ਕੋਮਬੂਚਾ ਬੋਤਲਾਂ ਵਿੱਚ ਛੁਪਾ ਕੇ ਨਿਊਜ਼ੀਲੈਂਡ ਵਿੱਚ ਮੈਥਮਫੈਟਾਮੀਨ ਅਤੇ ਹੋਰ ਬਹੁਤ ਸਾਰੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਇਹ ਨੈਟਵਰਕ 2021 ਵਿੱਚ ਸ਼ੁਰੂ ਹੋਇਆ ਸੀ। ਇਸ ਖੇਪ ਨੂੰ ਵੱਖ-ਵੱਖ ਦੇਸ਼ਾਂ ਤੋਂ ਉਡਾਨਾਂ ਅਤੇ ਕੰਟੇਨਰਾਂ ਰਾਹੀਂ ਆਕਲੈਂਡ ਲਿਜਾਇਆ ਗਿਆ ਸੀ। ਜਨਵਰੀ 2023 ਵਿੱਚ ਜਦੋਂ ਉਸਨੇ ਆਪਣੀ ਕਿਰਾਏ ਦੀ ਇਕਾਈ ਵਿੱਚ ਭੇਜੇ ਗਏ ਹਜ਼ਾਰਾਂ ਡੱਬੇ ਖੋਲ੍ਹਣੇ ਸ਼ੁਰੂ ਕੀਤੇ ਤਾਂ ਪੁਲਿਸ ਨੇ ਸਹੂਲਤ ਤੇ ਛਾਪਾ ਮਾਰਿਆ। 700 ਕਿਲੋਗ੍ਰਾਮ ਤੋਂ ਵੱਧ ਮੈਥਮਫੈਟਾਮੀਨ ਬਰਾਮਦ ਕੀਤਾ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 2025 ਵਿੱਚ ਨਿਊਜ਼ੀਲੈਂਡ ਹਾਈ ਕੋਰਟ ਨੇ ਉਸ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਸ ਸਮੇਂ ਉਸਨੇ ਆਪਣੀ ਪਛਾਣ ਲੁਕਾਉਣ ਦੇ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ, ਇਹ ਕਹਿੰਦੇ ਹੋਏ ਕਿ ਉਸਦਾ ਨਾਮ ਦੱਸਣ ਨਾਲ ਉਸਦੇ ਪਰਿਵਾਰ ਨੂੰ ਖਤਰਾ ਹੋਵੇਗਾ। ਅਦਾਲਤ ਨੇ ਉਸ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਪੁਲਿਸ, ਸਰਕਾਰ ਅਤੇ ਮੀਡੀਆ ਨੂੰ ਉਸਦਾ ਨਾਮ ਪ੍ਰਗਟ ਨਾ ਕਰਨ ਦਾ ਨਿਰਦੇਸ਼ ਦਿੱਤਾ। ਹਾਲਾਂਕਿ ਉਸਦੀ ਪਛਾਣ ਭਾਰਤ ਵਿੱਚ ਪਹਿਲਾਂ ਹੀ ਜਨਤਕ ਕੀਤੀ ਜਾ ਚੁੱਕੀ ਸੀ। ਨਿਊਜ਼ੀਲੈਂਡ ਵਿੱਚ ਉਸਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਹਾਲਾਂਕਿ ਹੁਣ ਇਹ ਦੱਸਿਆ ਗਿਆ ਹੈ ਕਿ ਉਸਨੇ ਸੁਪਰੀਮ ਕੋਰਟ ਵਿੱਚ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਨਤੀਜੇ ਵਜੋਂ ਉਸਦੀ ਪਛਾਣ ਜਨਤਕ ਕਰ ਦਿੱਤੀ ਗਈ ਹੈ। ਦੱਖਣੀ ਸੁਡਾਨ ਦੀ ਰਾਜਧਾਨੀ ਜੂਬਾ ਦੇ ਬਾਹਰ ਇੱਕ ਸੋਨੇ ਦੀ ਖਾਨ ਨੂੰ ਲੈ ਕੇ ਹੋਏ ਝਗੜੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ। ਇੱਕ ਪੁਲਿਸ ਬੁਲਾਰੇ ਨੇ ਸੋਮਵਾਰ ਨੂੰ ਕਿਹਾ। ਇਸ ਘਟਨਾ ਦਾ ਕਥਿਤ ਤੌਰ ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਦਰਜਨਾਂ ਲਾਸ਼ਾਂ ਇੱਕ ਖੁੱਲੇ ਮੈਦਾਨ ਵਿੱਚ ਪਈਆਂ ਦਿਖਾਈ ਦੇ ਰਹੀਆਂ ਹਨ। ਇੱਕ ਸਥਾਨਕ ਪੱਤਰਕਾਰ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਕਈ ਹੋਰ ਪੀੜਿਤ ਝਾੜੀਆਂ ਵਿੱਚ ਭੱਜ ਗਏ ਹਨ। ਇਰਾਕ ਦੇ ਸੁਡਾਨੀ ਰਾਜ ਜੇਬੇਲ ਵਿੱਚ ਇੱਕ ਸੋਨੇ ਦੀ ਖਾਨ ਨੂੰ ਲੈ ਕੇ ਗੈਰ ਕਾਨੂੰਨੀ ਖਾਨਕਾਰਾਂ ਅਤੇ ਮਾਈਨਿੰਗ ਕੰਪਨੀਆਂ ਵਿਚਕਾਰ ਪਹਿਲਾਂ ਹਿੰਸਕ ਝੜਪਾਂ ਹੋਈਆਂ ਸਨ।